ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਨਵੇਂ ਜੋ ਤੱਥ ਸਾਹਮਣੇ ਆ ਰਹੇ ਨੇ ਉਹਨਾਂ ਦਾ। ਜਨਰਲ ਕੁਲਦੀਪ ਸਿੰਘ ਬਰਾੜ ਜਿਨ੍ਹਾਂ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਦੀ 1984 ਦੇ ਵਿੱਚ ਅਗਵਾਈ ਕੀਤੀ ਗਈ, ਲੀਡ ਕੀਤਾ ਗਿਆ ਭਾਰਤੀ ਫੌਜ ਦੇ ਵੱਲੋਂ। 1984 ਦੇ ਵਿੱਚ ਕੀ ਕੁਝ ਹੋਇਆ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ, ਉਸ ਦਾ ਜ਼ਿਕਰ ਇੱਕ ਇੰਟਰਵਿਊ ਦੇ ਦੌਰਾਨ ਨਿਊਜ਼ ਏਜੰਸੀ ANI ਨੂੰ ਦਿੱਤੀ ਗਈ ਇੱਕ ਇੰਟਰਵਿਊ ਦੇ ਦੌਰਾਨ ਜਨਰਲ ਬਰਾੜ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਅਸੀਂ ਆਪਣੀ ਇਸ ਖਾਸ ਪੇਸ਼ਕਸ਼ ਦੇ ਵਿੱਚ ਜਨਰਲ ਬਰਾੜ ਦੇ ਵੱਲੋਂ ਕੀਤੇ ਗਏ ਕੁਝ ਖੁਲਾਸਿਆਂ ਦਾ ਜ਼ਿਕਰ ਕਰਾਂਗੇ। ਬਹੁਤ ਅਹਿਮ ਤੱਥ ਜੋ 39 ਸਾਲ ਬਾਅਦ ਸਾਹਮਣੇ ਆ ਰਹੇ ਨੇ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕਰੀਬ 4 ਦਹਾਕਿਆਂ ਬਾਅਦ ਨਵੇਂ ਤੱਥ ਇਸ ਪੂਰੇ ਮਾਮਲੇ ਦੇ ਸਾਹਮਣੇ ਆ ਰਹੇ ਨੇ ਕਿ ਆਖਿਰ 1984 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ ਕੀ, ਆਖਿਰ ਅਜਿਹੀ ਕਿਹੜੀ ਜ਼ਰੂਰਤ ਆ ਪਈ ਕਿ ਫੌਜ ਨੂੰ ਅੰਦਰ ਜਾਣਾ ਪੈ ਗਿਆ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅੰਦਰ ਟੈਂਕ ਤੱਕ ਭੇਜ ਦਿੱਤੇ ਗਏ ਕਿਉਂਕਿ ਉਸ ਸਮੇਂ ਜਨਰਲ ਬਰਾੜ ਦੇ ਵੱਲੋਂ ਉਸ ਪੂਰੇ ਆਪਰੇਸ਼ਨ ਨੂੰ ਲੀਡ ਕੀਤਾ ਜਾ ਰਿਹਾ ਸੀ। ਤਾਂ ਉਹਨਾਂ ਦਾ ਇੱਕ ਲਫ਼ਜ਼, ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਬਹੁਤ ਅਹਿਮ ਹੋ ਜਾਂਦਾ ਹੈ। ਤਾਂ ਭਿੰਡਰਾਂ ਵਾਲੇ ਨੂੰ ਲੈ ਕੇ ਕੀ ਕੁਝ ਬੋਲੇ ਨੇ, ਖਾਲਿਸਤਾਨ ਨੂੰ ਲੈ ਕੇ ਕੀ ਕੁਝ ਬੋਲੇ ਨੇ ਜਨਰਲ ਬਰਾੜ, ਤੇ ਉਸ ਤੋਂ ਬਾਅਦ 1984 ਚ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਕੀ ਕੁਝ ਹੋਇਆ। ਇੰਦਰਾ ਗਾਂਧੀ ਦੇ ਨਾਲ ਜਦੋਂ ਗੱਲਬਾਤ ਜਨਰਲ ਬਰਾੜ ਦੀ ਹੋਈ ਹੈ ਤਤਕਾਲੀ ਪ੍ਰਧਾਨ ਮੰਤਰੀ ਦੀ, ਤਾਂ ਉਸ ਸਮੇਂ ਇੰਦਰਾ ਗਾਂਧੀ ਦੇ ਵੱਲੋਂ ਕੀ ਕੁਝ ਕਿਹਾ ਗਿਆ, ਉਹ ਕੁਝ ਤੱਥ, ਕੁਝ ਨਵੇਂ ਰਾਜ਼ ਕਰੀਬ 4 ਦਹਾਕਿਆਂ ਬਾਅਦ ਨਿਕਲ ਕੇ ਸਾਹਮਣੇ ਆ ਰਹੇ ਨੇ। ਅੱਜ ਜ਼ਿਕਰ ਇਸ ਖਾਸ ਪੇਸ਼ਕਸ਼ ਦੇ ਵਿੱਚ ਉਹਨਾਂ ਦਾ ਹੀ ਕਰਾਂਗੇ। ਜਿਹੜੀਆਂ ਵੱਡੀਆਂ ਖਬਰਾਂ ਔਰ ਵੱਡੀਆਂ ਗੱਲਾਂ ਨੇ ਜਨਰਲ ਬਰਾੜ ਦੀ ਇਸ ਇੰਟਰਵਿਊ ਦੇ ਵਿੱਚੋਂ ਨਿਕਲ ਕੇ ਆਉਂਦੀਆਂ ਨੇ। ਇਹ ਅੰਗਰੇਜ਼ੀ ਦੇ ਵਿੱਚ ਦਿੱਤਾ ਗਿਆ ਇੰਟਰਵਿਊ ਹੈ। ਅਸੀਂ ਆਪਣੇ ਦਰਸ਼ਕਾਂ ਦੇ ਲਈ ਉਸ ਦੇ ਵਿੱਚੋਂ ਕੁਝ ਅਹਿਮ ਜੋ ਸਿੱਧਾ ਆਪਰੇਸ਼ਨ ਬਲੂ ਸਟਾਰ ਦੇ ਨਾਲ ਜੁੜੇ ਹੋਏ ਤੱਥ ਨੇ ਜਾਂ ਬਿਆਨ ਨੇ ਜਨਰਲ ਬਰਾੜ ਦੇ, ਉਹ ਲੈ ਕੇ ਆਏ ਹਾਂ, ਤੁਹਾਡੇ ਸਾਹਮਣੇ ਰੱਖਾਂਗੇ ਕਿ ਆਖਰ ਜਨਰਲ ਬਰਾੜ ਦੇ ਵੱਲੋਂ ਕੀ ਕੁਝ ਇਸ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਹੈ। ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ, ਖਾਲਿਸਤਾਨ ਨੂੰ ਲੈ ਕੇ, ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ, ਤੇ ਉਸ ਤੋਂ ਬਾਅਦ ਆਰਮੀ ਅੰਦਰ ਕਿਉਂ ਵੜੀ, ਕਿਉਂ ਉੱਥੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਉਸ ਨੂੰ ਲੈ ਕੇ 4 ਵੱਡੀਆਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ। ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਚੌਥੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਜੋ ਜਨਰਲ ਬਰਾੜ ਦੇ ਬਿਆਨ ਦੇ ਨਾਲ ਜੁੜੀ ਹੋਈ ਹੈ। ਚੌਥੀ ਵੱਡੀ ਖਬਰ ਇਸ ਕਰਕੇ ਕਿਉਂਕਿ ਉਸ ਤੋਂ ਬਾਅਦ ਤੀਜੀ, ਫਿਰ ਦੱਸਾਂਗੇ ਦੂਜੀ ਵੱਡੀ ਖਬਰ, ਤੇ ਸਭ ਤੋਂ ਵੱਡਾ ਬਿਆਨ ਜਨਰਲ ਬਰਾੜ ਦਾ ਕੀ ਹੈ ਉਹ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਪਹਿਲਾਂ ਚੌਥਾ ਵੱਡਾ ਬਿਆਨ ਜਨਰਲ ਕੁਲਦੀਪ ਬਰਾੜ ਨੇ ਜੋ ਵੱਡੇ ਖੁਲਾਸੇ ਕੀਤੇ ਨੇ, ਨਵੇਂ ਰਾਜ਼ ਨੇ। ਉਹਨਾਂ ਨੇ ਕਿਹਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ 1984 ਦੇ ਵਿੱਚ ਜੂਨ ਦੇ ਪਹਿਲੇ ਦੇ ਹਫ਼ਤੇ ਵਿੱਚ, ਤਾਂ ਕਰੀਬ 300 ਤੋਂ 400 ਜਿਹੜੇ ਫੌਜੀ ਸੀ ਜਿਹੜੇ ਉੱਥੇ ਆਪਰੇਸ਼ਨ ਨੂੰ ਅੰਜਾਮ ਦੇਣ ਗਏ ਸੀ, ਉਹਨਾਂ ਦੀ ਮੌਤ ਹੋਈ 300 ਤੋਂ 400 ਦੇ ਵਿਚਾਲੇ। ਇਸ ਦੇ ਨਾਲ ਇੱਕ ਹੋਰ ਵੱਡਾ ਖੁਲਾਸਾ ਜੋ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਉਹ ਇਹ ਵੀ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਸਣੇ 1984 ਦੇ ਵਿੱਚ ਅੰਮ੍ਰਿਤਸਰ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਭਿੰਡਰਾਂ ਵਾਲੇ ਦੇ ਕਰੀਬ 600 ਸਮਰਥਕ ਮਾਰੇ ਗਏ ਸੀ। ਔਰ ਇਹ ਵੀ ਇਲਜ਼ਾਮ ਲਗਾਏ ਗਏ ਨੇ ਜਨਰਲ ਬਰਾੜ ਦੇ ਵੱਲੋਂ ਕਿਉਂਕਿ ਇਹ ਤੱਥ ਵਾਰ-ਵਾਰ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ ਜਦੋਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਤਾਂ ਜਨਰਲ ਬਰਾੜ ਕਹਿ ਰਹੇ ਨੇ ਕਿ ਜਿਹੜੇ ਆਮ ਲੋਕ ਅੰਦਰ ਸੀ ਉਹਨਾਂ ਨੂੰ ਢਾਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਇਹ ਬਹੁਤ ਵੱਡਾ ਖੁਲਾਸਾ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਜਾਂ ਜਨਰਲ ਬਰਾੜ ਦੇ ਵੱਲੋਂ ਦਿੱਤਾ ਗਿਆ ਬਿਆਨ ਕਹਿ ਸਕਦੇ ਹੋ। ਜਨਰਲ ਬਰਾੜ ਕੀ ਕਹਿ ਰਹੇ ਨੇ? ਜਨਰਲ ਬਰਾੜ ਕਹਿ ਰਹੇ ਨੇ ਕਿ ਜਿਹੜੇ ਅੰਦਰ ਲੋਕ ਮੌਜੂਦ ਸੀ, ਕਿਉਂਕਿ ਅਸੀਂ ਵਾਰ-ਵਾਰ ਅਨਾਉਂਸਮੈਂਟ ਕਰ ਰਹੇ ਸੀ ਕਿ ਬਾਹਰ ਆ ਜਾਓ, ਜਿਹੜੇ ਬਾਹਰ ਆਉਣਾ ਚਾਹੁੰਦੇ ਨੇ ਜਾਂ ਬਾਹਰ ਆਪਣਾ ਸਰੈਂਡਰ ਕਰ ਦਿਓ ਆ ਕੇ, ਪਰ ਲੋਕ ਨਹੀਂ ਆਏ। ਜਨਰਲ ਬਰਾੜ ਦਾ ਬਿਆਨ ਹੈ ਕਿ ਉੱਥੇ ਢਾਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਇਹ ਸਿੱਧਾ ਜਿਹਾ ਮਤਲਬ ਜਾਂ ਸਿੱਧਾ ਜਿਹਾ ਇਲਜ਼ਾਮ ਭਿੰਡਰਾਂ ਵਾਲੇ ਤੇ ਭਿੰਡਰਾਂ ਵਾਲਿਆਂ ਦੇ ਸਮਰਥਕਾਂ ਦੇ ਉੱਤੇ ਲਗਾਏ ਜਾ ਰਹੇ ਨੇ ਜਨਰਲ ਬਰਾੜ ਦੇ ਵੱਲੋਂ। ਇਲਜ਼ਾਮ ਕੀ ਨੇ ਕਿ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਿਹੜੇ ਆਮ ਲੋਕ ਉੱਥੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੇ ਲਈ ਪਹੁੰਚੇ ਹੋਏ ਸੀ, ਉਹਨਾਂ ਨੂੰ ਢਾਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ, ਯਾਨੀ ਕਿ ਸ਼ੀਲਡ ਦੀ ਤਰ੍ਹਾਂ ਖੁਦ ਦੀ ਸੁਰੱਖਿਆ ਦੇ ਲਈ ਉਹਨਾਂ ਦੇ ਪਿੱਛੇ ਇਹ ਜਿਹੜਾ ਗੋਲੀਆਂ ਚਲਾਈਆਂ ਗਈਆਂ ਉਹ ਪਿੱਛੇ ਰਹਿ ਕੇ ਇਸ ਤਰੀਕੇ ਨਾਲ ਇਲਜ਼ਾਮ ਲਗਾਏ ਜਾ ਰਹੇ ਨੇ। ਤਾਂ ਆਪਰੇਸ਼ਨ ਬਲੂ ਸਟਾਰ ਦੇ ਨਵੇਂ ਰਾਜ਼ ਦੇ ਵਿੱਚ ਇਹ ਰਾਜ਼ ਜੋ ਨਵੇਂ ਖੁੱਲ ਰਹੇ ਨੇ ਉਸ ਦੇ ਵਿੱਚ ਅਹਿਮ ਪੁਆਇੰਟਸ ਕੀ ਨੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਆਮ ਲੋਕਾਂ ਨੂੰ ਢਾਲ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਗਿਆ ਜਿਹੜੇ ਉਸ ਸਮੇਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੌਜੂਦ ਸਨ। ਇਹ ਵੱਡੀ ਖਬਰ ਹੈ। ਉਹਨਾਂ ਨੇ ਕਿਹਾ ਕਿ 350 ਤੋਂ 400 ਜਵਾਨਾਂ ਦੀ ਮੌਤ ਹੋ ਗਈ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਫੌਜ ਦੀਆਂ ਟੁਕੜੀਆਂ ਉੱਥੇ ਪਹੁੰਚੀਆਂ ਹੋਈਆਂ ਸੀ। ਤਾਂ ਭਿੰਡਰਾਂ ਵਾਲੇ ਸਣੇ ਕਰੀਬ 600 ਸਮਰਥਕਾਂ ਦੀ ਵੀ ਉੱਥੇ ਮੌਤ ਹੋਈ ਹੈ ਜੋ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ ਸੀ ਭਾਰਤੀ ਫੌਜ ਦੇ ਵੱਲੋਂ। ਤਾਂ ਇਹ ਕੁਲਦੀਪ ਬਰਾੜ ਲੈਫਟੀਨੈਂਟ ਜਨਰਲ ਰਿਟਾਇਰ ਹੋ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਲੀਡ ਕੀਤਾ ਗਿਆ ਸੀ। ਉਹਨਾਂ ਦੀ ਇੱਕ ਤਸਵੀਰ ਮੌਜੂਦਾ ਸਮੇਂ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾ ਗ੍ਰਾਫਿਕਸ ਦੇ ਵਿੱਚ, ਤੇ ਇੱਕ ਸੱਜੇ ਵਾਲੇ ਪਾਸੇ
ਉਸ ਸਮੇਂ ਦੀ ਤਸਵੀਰ ਹੈ ਜਦੋਂ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦੇ ਕੇ ਉੱਥੇ ਪੂਰਾ ਜਾਇਜ਼ਾ ਲੈਣ ਦੇ ਲਈ ਕੁਲਦੀਪ ਬਰਾੜ ਪਹੁੰਚੇ ਹੋਏ ਸਨ। ਉਸ ਸਮੇਂ ਦੀ ਵੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਇਹ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਹਾਂ। ਤੇ ਕਰੀਬ 39 ਸਾਲ ਬਾਅਦ, ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀਆਂ ਇੰਟਰਵਿਊਜ਼ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਚੁੱਕ ਚੁੱਕੇ ਨੇ ਜਨਰਲ ਬਰਾੜ, ਪਰ ਜਿਹੜੀ ਮੌਜੂਦਾ ਇੰਟਰਵਿਊਜ਼ ਦੀ ਚਰਚਾ ਹੋ ਰਹੀ ਹੈ ਉਸ ਦੇ ਵਿੱਚ ਬਹੁਤ ਅਹਿਮ ਖੁਲਾਸੇ ਕੀਤੇ ਗਏ ਨੇ ਔਰ ਕੀਤੇ ਜਾ ਰਹੇ ਨੇ। ਤਾਂ ਆਪਰੇਸ਼ਨ ਬਲੂ ਸਟਾਰ ਦੇ ਨਵੇਂ ਰਾਜ਼ ਜਿਹੜੇ ਹੈਗੇ ਨੇ ਉਹਨਾਂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਨਰਲ ਕੁਲਦੀਪ ਬਰਾੜ। ਤਾਂ ਜਨਰਲ ਬਰਾੜ ਦੇ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਇੱਕ ਇੱਕ ਕਰਕੇ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਹੁਣ ਦੱਸਾਂਗੇ ਤੀਜਾ ਵੱਡਾ ਖੁਲਾਸਾ ਕੀ ਕੁਝ ਕਿਹਾ ਗਿਆ ਜਨਰਲ ਬਰਾੜ ਦੇ ਵੱਲੋਂ ਆਪਣੀ ਇੰਟਰਵਿਊ ਦੇ ਵਿੱਚ। ਕਾਬਲੇ ਗੌਰ ਹੈ ਕਿ ਨਿਊਜ਼ ਏਜੰਸੀ ANI ਨੂੰ ਦਿੱਤੀ ਗਈ ਖਬਰ ਹੈ ਔਰ ਦਿੱਤੀ ਗਈ ਇੰਟਰਵਿਊ ਹੈ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਦਿੱਤਾ ਗਿਆ ਸੀ, ਉਸ ਦੇ ਵਿੱਚੋਂ ਅਹਿਮ ਤੱਥ ਕੱਢ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਔਰ ਦਿਨ ਦੀ ਜਿਹੜੀ ਇਸ ਤੀਜੀ ਵੱਡੀ ਸਟੇਟਮੈਂਟ ਦੇ ਵਿੱਚ ਕੀ ਹੈ, ਤੀਜੀ ਤੇ ਦੂਜੀ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਸਟੇਟਮੈਂਟ ਯਾਨੀ ਕਿ ਪਹਿਲੀ ਸਟੇਟਮੈਂਟ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਦਰਬਾਰ ਸਾਹਿਬ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਹਿਦਾਇਤ ਦਿੱਤੀ ਗਈ ਸੀ। ਤਾਂ ਜਨਰਲ ਬਰਾੜ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਨੇ ਕਿ ਉਸ ਸਮੇਂ ਜੋ ਵੀ ਸਾਨੂੰ ਆਰਡਰ ਉੱਪਰੋਂ ਆ ਰਹੇ ਸੀ ਜਾਂ ਫਿਰ PMO ਦੇ ਵੱਲੋਂ, ਪ੍ਰਾਈਮ ਮਿਨਿਸਟਰ ਆਫਿਸ ਦੇ ਵੱਲੋਂ ਆ ਰਹੇ ਸੀ, ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ, ਦਰਬਾਰ ਸਾਹਿਬ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰ ਤੱਥ ਹੈ, ਤਸਵੀਰਾਂ ਨੇ ਕਿ ਉਸ ਸਮੇਂ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਇਮਾਰਤ ਨੂੰ ਵੀ, ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤਾਂ ਜਨਰਲ ਬਰਾੜ ਆਪਣੇ ਇਸ ਬਿਆਨ ਦੇ ਵਿੱਚ ਕਹਿੰਦੇ ਨੇ ਕਿ ਆਪਰੇਸ਼ਨ ਨੂੰ ਜਲਦ ਤੋਂ ਜਲਦ ਖਤਮ ਕਰਨ ਦੀ ਸਾਡੇ ਸਾਹਮਣੇ ਚੁਣੌਤੀ ਸੀ। ਸਾਨੂੰ ਦਰਬਾਰ ਸਾਹਿਬ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਵੀ ਹਿਦਾਇਤ ਦਿੱਤੀ ਗਈ ਸੀ। ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਇਮਾਰਤ ਨੂੰ ਔਰ ਦਰਬਾਰ ਸਾਹਿਬ ਨੂੰ, ਉਸ ਪੂਰੇ ਕੰਪਲੈਕਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੇ ਇਹ ਵੀ ਜਨਰਲ ਬਰਾੜ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਸਭ ਤੋਂ ਜ਼ਿਆਦਾ ਫਾਇਰਿੰਗ ਹੋ ਰਹੀ ਸੀ। ਦਰਬਾਰ ਸਾਹਿਬ ਜਦੋਂ ਆਪਾਂ ਜਾਂਦੇ ਹਾਂ ਤਾਂ ਇੱਕ ਪਾਸੇ ਦਰਬਾਰ ਸਾਹਿਬ ਹੈ ਤੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਹੈ। ਤੇ ਜਨਰਲ ਬਰਾੜ ਆਪਣੀ ਇੰਟਰਵਿਊ ਦੇ ਵਿੱਚ ਬਿਆਨ ਦੇ ਰਹੇ ਨੇ ਕਿ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਸਭ ਤੋਂ ਜ਼ਿਆਦਾ ਫਾਇਰਿੰਗ ਹੋ ਰਹੀ ਸੀ ਔਰ ਉਹਨਾਂ ਦੇ ਸਾਹਮਣੇ ਚੁਣੌਤੀ ਸੀ ਕਿ ਜਲਦ ਤੋਂ ਜਲਦ ਇਸ ਆਪਰੇਸ਼ਨ ਨੂੰ ਕੰਪਲੀਟ ਕੀਤਾ ਜਾਵੇ, ਜਲਦ ਤੋਂ ਜਲਦ ਇਸ ਆਪਰੇਸ਼ਨ ਨੂੰ ਖਤਮ ਕੀਤਾ ਜਾਵੇ। ਜੋ ਆਦੇਸ਼ ਦਿੱਤੇ ਗਏ ਸੀ ਉਤੋਂ, ਜਿਹੜੇ ਯਾਨੀ ਕਿ ਜੋ ਚਾਹੇ ਉਹ PMO ਤੋਂ ਆਏ ਹੋਣ ਜਾਂ ਫਿਰ ਜਿਹੜੇ ਹੋਰ ਉਸ ਸਮੇਂ ਉਹਨਾਂ ਦੇ ਸੰਪਰਕ ਦੇ ਵਿੱਚ ਵਿਭਾਗ ਜਾਂ ਅਧਿਕਾਰੀ ਸੀ, ਉਹਨਾਂ ਦੇ ਵੱਲੋਂ ਜੋ ਆਦੇਸ਼ ਦਿੱਤੇ ਜਾ ਰਹੇ ਸੀ। ਤਾਂ 1984 ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ, ਸਾਕਾ ਨੀਲਾ ਤਾਰਾ ਅੰਜਾਮ ਦਿੱਤਾ ਗਿਆ ਤੇ ਉਸ ਦੇ ਉੱਤੇ ਜਨਰਲ ਬਰਾੜ ਹੁਣ ਇੱਕ ਇੱਕ ਕਰਕੇ ਖੁਲਾਸੇ ਕਰ ਰਹੇ ਨੇ। ਤਾਂ ਕੁਲਦੀਪ ਬਰਾੜ ਨੇ ਜੋ ਕੁਝ ਖੁਲਾਸੇ ਕੀਤੇ ਨੇ, ਉਹਨਾਂ ਦੀ ਸਟੇਟਮੈਂਟਸ ਨੇ, ਅਸੀਂ ਬਿਲਕੁਲ ਉਹੀ ਤੁਹਾਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਆਖਿਰ ਉਹਨਾਂ ਦੇ ਵੱਲੋਂ ਸਟੇਟਮੈਂਟਸ ਦੇ ਵਿੱਚ ਕੀ ਕੁਝ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਸਾਡੇ ਸਾਹਮਣੇ ਆਪਰੇਸ਼ਨ ਜਲਦ ਤੋਂ ਜਲਦ ਖਤਮ ਕਰਨ ਦੀ ਚੁਣੌਤੀ ਸੀ। ਸਾਨੂੰ ਦਰਬਾਰ ਸਾਹਿਬ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਵੀ ਹਿਦਾਇਤ ਦਿੱਤੀ ਗਈ ਸੀ। ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਸਭ ਤੋਂ ਜ਼ਿਆਦਾ ਫਾਇਰਿੰਗ ਹੋ ਰਹੀ ਸੀ। ਇਹ ਜਨਰਲ ਬਰਾੜ ਆਪਣੇ ਬਿਆਨ ਦੇ ਵਿੱਚ ਜ਼ਿਕਰ ਕਰ ਰਹੇ ਨੇ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਹਿਦਾਇਤਾਂ ਸਨ ਕਿ ਤੁਸੀਂ ਇਮਾਰਤ ਨੂੰ, ਦਰਬਾਰ ਸਾਹਿਬ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ, ਪੂਰੇ ਕੰਪਲੈਕਸ ਨੂੰ ਕੋਈ ਨੁਕਸਾਨ ਨਾ ਪਹੁੰਚੇ, ਤਾਂ ਆਖਿਰ ਫਿਰ ਉਹ ਜਿਹੜੀਆਂ ਤਸਵੀਰਾਂ ਜਾਂ ਉਹ ਪੂਰੀ ਘਟਨਾ ਕਿਉਂ ਵਾਪਰੀ, ਉਹ ਘਟਨਾਕ੍ਰਮ ਕਿਉਂ ਵਾਪਰਿਆ, ਇਹ ਵੀ ਇੱਕ ਵੱਡਾ ਸਵਾਲ ਹੈ। ਖੈਰ ਅੱਗੇ ਵਧਦੇ ਹਾਂ ਤੇ ਦੂਜਾ ਵੱਡਾ ਬਿਆਨ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਨਰਲ ਬਰਾੜ ਦੇ ਵੱਲੋਂ ਜੋ ਆਪਣੀ ਇੰਟਰਵਿਊ ਦੇ ਵਿੱਚ ਦਿੱਤਾ ਗਿਆ। ਇਹ ਦੂਜਾ ਵੱਡਾ ਬਿਆਨ ਹੈ ਜਨਰਲ ਕੁਲਦੀਪ ਬਰਾੜ ਨੇ ਜੋ ਖੁਲਾਸੇ ਕੀਤੇ ਨੇ, ਨਵੇਂ ਰਾਜ਼ ਇੱਕ ਤਰੀਕੇ ਨਾਲ ਸਾਹਮਣੇ ਆ ਰਹੇ ਨੇ ਤੇ ਸਿੱਧਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਸਵਾਲਾਂ ਦੀ ਕਟਹਿਰੇ ਦੇ ਵਿੱਚ ਜਨਰਲ ਬਰਾੜ ਖੜਾ ਕਰ ਰਹੇ ਨੇ। ਜਨਰਲ ਬਰਾੜ ਦੀ ਸਟੇਟਮੈਂਟ ਕੀ ਹੈ? ਜਨਰਲ ਬਰਾੜ ਦੀ ਸਟੇਟਮੈਂਟ ਹੈ ਕਿ ਭਿੰਡਰਾਂਵਾਲੇ ਦਾ ਕੱਦ ਵਧਿਆ। ਕਿਉਂ ਵਧਿਆ? ਕਿਉਂਕਿ ਇੰਦਰਾ ਗਾਂਧੀ ਨੇ ਵਧਣ ਦਿੱਤਾ। ਸਿਖਰ ਦੇ ਉੱਤੇ ਪਹੁੰਚੇ ਤਾਂ ਫਿਰ ਖਤਮ ਕਰਨ ਦੇ ਆਦੇਸ਼ ਦਿੱਤੇ। ਤਾਂ ਸਿੱਧੇ ਤੌਰ ਦੇ ਉੱਤੇ ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵੱਡਾ ਨਾਮ ਉਸ ਸਮੇਂ ਪੰਜਾਬ ਦੇ ਵਿੱਚ ਬਣ ਚੁੱਕੇ ਸੀ, ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਵੱਡਾ ਨਾਮ ਨੇ, ਤਾਂ ਉਸ ਸਮੇਂ ਵੀ ਇੱਕ ਵੱਡਾ ਨਾਮ ਭਿੰਡਰਾਂਵਾਲੇ ਬਣ ਚੁੱਕੇ ਸੀ। ਤਾਂ ਸਵਾਲ ਇਹੀ ਹੈ ਕਿ ਆਖਿਰ ਜਦੋਂ ਭਿੰਡਰਾਂਵਾਲੇ ਬਹੁਤ ਵੱਡਾ ਨਾਮ ਬਣ ਰਹੇ ਸੀ ਕਿ ਉਸ ਸਮੇਂ ਦੀਆਂ ਸਰਕਾਰਾਂ ਨੂੰ ਉਸ ਸਮੇਂ ਨਹੀਂ ਦਿਖ ਰਿਹਾ ਸੀ ਕਿ ਬਹੁਤ ਵੱਡਾ ਕੁਝ ਹੋਣ ਜਾ ਰਿਹਾ ਹੈ ਜਾਂ ਫਿਰ ਕੋਈ ਅਜਿਹਾ ਨਾਮ ਬਣ ਰਿਹਾ ਹੈ ਵੱਡਾ ਪੰਜਾਬ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਲਈ ਚੁਣੌਤੀ ਭਰਿਆ ਹੋ ਸਕਦਾ ਹੈ। ਤਾਂ ਇਸ ਦੇ ਉੱਤੇ ਜਨਰਲ ਬਰਾੜ ਆਪਣੇ ਬਿਆਨ ਦੇ ਵਿੱਚ ਕਹਿੰਦੇ ਨੇ, ਜਨਰਲ ਬਰਾੜ ਕਹਿੰਦੇ ਨੇ ਕਿ ਭਿੰਡਰਾਂਵਾਲੇ ਦਾ ਕੱਦ ਵਧਿਆ ਜਾਂ ਬਹੁਤ ਵੱਡਾ ਹੋ ਗਿਆ, ਉਸ ਦੀ ਇੱਕ ਵਜ੍ਹਾ ਇੰਦਰਾ ਗਾਂਧੀ ਵੀ ਸਨ ਕਿ ਇੰਦਰਾ ਗਾਂਧੀ ਨੇ ਜਨਰਲ ਬਰਾੜ ਦਾ ਕੱਦ ਵਧਣ ਦਿੱਤਾ, ਵੱਡਾ ਹੋਣ ਦਿੱਤਾ।
ਐਕਸ਼ਨ ਲੈਣ ਦੇ ਵਿੱਚ ਇੰਦਰਾ ਗਾਂਧੀ ਨੇ ਬਹੁਤ ਦੇਰ ਕਰ ਦਿੱਤੀ ਹੈ। ਕਹਿ ਦਿੱਤਾ ਗਿਆ ਕਿ ਹੁਣ ਖਤਮ ਕਰ ਦਿਓ। ਜਦੋਂ ਇੱਕ ਬਹੁਤ ਵੱਡਾ ਕੱਦ ਭਿੰਡਰਾਂਵਾਲੇ ਦਾ ਬਣ ਚੁੱਕਿਆ ਸੀ ਤਾਂ ਉਸ ਸਮੇਂ ਕਹਿ ਦਿੱਤਾ ਗਿਆ ਕਿ ਖਤਮ ਕਰ ਦਿਓ, ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਯਾਨੀ ਕਿ ਉਹ ਇੰਨਾ ਵੱਡਾ ਨਾਮ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬਣ ਚੁੱਕਿਆ ਸੀ ਕਿ ਉਸਦੇ ਨਤੀਜੇ ਕੀ ਨਿਕਲੇ ਨੇ ਉਹ ਸਾਰੀ ਦੁਨੀਆ ਜਾਣਦੀ ਹੈ ਕਿ ਆਪਰੇਸ਼ਨ ਬਲੂ ਸਟਾਰ ਜਦੋਂ ਅੰਜਾਮ ਦਿੱਤਾ ਗਿਆ ਤਾਂ ਸਿੱਧੇ ਤੌਰ ਦੇ ਉੱਤੇ ਇੱਕ ਤਰੀਕੇ ਨਾਲ ਇਹ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਨਰਲ ਬਰਾੜ ਕਿ ਭਿੰਡਰਾਂਵਾਲੇ ਨੂੰ ਲੈ ਕੇ ਜਿਹੜਾ ਆਪਰੇਸ਼ਨ ਚਲਾਇਆ ਗਿਆ ਉਸ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਗਈ। ਜੇਕਰ ਇਹ ਪਹਿਲਾਂ ਆਪਰੇਸ਼ਨ ਚਲਾਇਆ ਜਾਂਦਾ ਜਾਂ ਇਸ ਤਰੀਕੇ ਨਾਲ ਪਹਿਲਾਂ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਸ਼ਾਇਦ ਨਤੀਜੇ ਨੇ ਭਿਆਨਕ ਨਾ ਹੁੰਦੇ ਜਾਂ ਇੰਨਾ ਜ਼ਬਰਦਸਤ ਉੱਥੇ ਸਾਹਮਣਾ ਨਾ ਕਰਨਾ ਪੈਂਦਾ ਵਿਰੋਧ ਦਾ ਜਿਸ ਤਰੀਕੇ ਨਾਲ ਬਾਅਦ ਦੇ ਵਿੱਚ ਕਰਨਾ ਪਿਆ ਹੈ। ਤਾਂ ਕਿ ਵਾਕਈ ਇੰਦਰਾ ਗਾਂਧੀ ਦੀ ਵਜ੍ਹਾ ਦੇ ਨਾਲ ਕੱਦ ਵੱਡਾ ਹੋਇਆ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਤੇ ਉਸ ਤੋਂ ਬਾਅਦ ਭਿੰਡਰਾਂਵਾਲੇ ਨੂੰ ਖਤਮ ਕਰਨ ਦੇ ਆਦੇਸ਼ ਵੀ ਤਤਕਾਲੀ ਪ੍ਰਧਾਨ ਮੰਤਰੀ ਨੇ ਦੇ ਦਿੱਤੇ ਸਨ। ਹੁਣ ਅੱਗੇ ਵਧਦੇ ਹਾਂ ਤੇ ਜਨਰਲ ਬਰਾੜ ਦਾ ਸਭ ਤੋਂ ਵੱਡਾ ਬਿਆਨ ਇਸ ਇੰਟਰਵਿਊ ਦੇ ਵਿੱਚ ਕੀ ਆ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ। ਜਨਰਲ ਬਰਾੜ ਦੇ ਵੱਲੋਂ ਖਾਲਿਸਤਾਨ ਨੂੰ ਲੈ ਕੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਗਈ। ਮੌਜੂਦਾ ਸਮੇਂ ਦੇ ਵਿੱਚ ਬੇਸ਼ੱਕ ਰੈਫਰੈਂਡਮ ਦਾ ਜ਼ਿਕਰ ਹੁੰਦਾ ਹੋਵੇ, ਮੌਜੂਦਾ ਸਮੇਂ ਦੇ ਵਿੱਚ ਬੇਸ਼ੱਕ ਜਿਹੜੇ ਵੱਖ-ਵੱਖ ਤਰ੍ਹਾਂ ਦੇ ਨਾਰੇ ਲਿਖੇ ਜਾਂਦੇ ਹੋਣ ਜਾਂ ਲਗਾਏ ਜਾਂਦੇ ਹੋਣ, ਪਰ 1984 ਦੇ ਵਿੱਚ ਕੀ ਸਥਿਤੀ ਸੀ ਉਸ ਦਾ ਜ਼ਿਕਰ ਆਪਣੇ ਬਿਆਨ ਦੇ ਵਿੱਚ ਜਨਰਲ ਬਰਾੜ ਕਰਦੇ ਹੋਏ ਨਜ਼ਰ ਆਏ ਨੇ। ਇਹ ਸਭ ਤੋਂ ਵੱਡੀ ਸਟੇਟਮੈਂਟ ਹੈ ਜਨਰਲ ਬਰਾੜ ਦੀ। ਉਹ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਬਗਾਵਤ ਹੋ ਸਕਦੀ ਸੀ ਤਾਂ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜੋ ਬਹੁਤ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ 1984 ਦੇ ਵਿੱਚ ਕਦੇ ਵੀ ਖਾਲਿਸਤਾਨ ਦਾ ਐਲਾਨ ਕੀਤਾ ਜਾ ਸਕਦਾ ਸੀ। ਇਹ ਜਨਰਲ ਬਰਾੜ ਦੀ ਬਹੁਤ ਵੱਡੀ ਸਟੇਟਮੈਂਟ ਹੈ। ਹੁਣ ਤੱਕ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਪਰ ਇਸ ਤਰੀਕੇ ਦਾ ਨਹੀਂ। ਉਹਨਾਂ ਨੇ ਇਹ ਵੀ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਜੇ ਅੰਜਾਮ ਨਾ ਦਿੱਤਾ ਜਾਂਦਾ ਜਾਂ ਆਪਰੇਸ਼ਨ ਨਾ ਕੀਤਾ ਜਾਂਦਾ ਤਾਂ ਕਿਸੇ ਵੀ ਵੇਲੇ ਕਦੇ ਵੀ ਕਿਸੇ ਵੀ ਸਮੇਂ ਉਸ ਸਮੇਂ 1984 ਦੇ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਜਾ ਸਕਦਾ ਸੀ। ਇਸ ਦਾ ਨਤੀਜਾ ਕੀ ਹੁੰਦਾ? ਖਾਲਿਸਤਾਨ ਦਾ ਐਲਾਨ ਹੁੰਦੇ ਹੀ ਇਨਪੁਟ ਸੀ ਇੰਟੈਲੀਜੈਂਸ ਦੇ ਤੇ ਕਿਹਾ ਜਾ ਰਿਹਾ ਹੈ ਕਿ ਇੰਟੈਲੀਜੈਂਸ ਦੇ ਇਨਪੁਟ ਸੀ ਕਿ ਜਿਵੇਂ ਖਾਲਿਸਤਾਨ ਦਾ ਐਲਾਨ ਹੁੰਦਾ ਤਾਂ ਨਾਲ ਦੀ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਅਟੈਕ ਇੱਕ ਤਰੀਕੇ ਨਾਲ ਕਰ ਦਿੱਤਾ ਜਾਂਦਾ ਜਾਂ ਦੂਜੇ ਤਰੀਕੇ ਨਾਲ ਵੀ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਿੰਡਰਾਂਵਾਲੇ ਨੂੰ ਉਸ ਸਮੇਂ ਸਮਰਥਨ ਹਾਸਲ ਹੋ ਸਕਦਾ ਸੀ ਜੇਕਰ ਆਪਰੇਸ਼ਨ ਬਲੂ ਸਟਾਰ ਨਾ ਅੰਜਾਮ ਦਿੱਤਾ ਜਾਂਦਾ। ਜ਼ਿਕਰ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਜਨਰਲ ਬਰਾੜ ਕਿ ਜੇਕਰ ਉਸ ਸਮੇਂ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਉਸ ਸਮੇਂ ਹੀ ਖਾਲਿਸਤਾਨ ਕਿਸੇ ਵੀ ਵੇਲੇ ਕਿਸੇ ਵੀ ਇੱਕ ਦੋ ਦਿਨ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਕਿਸੇ ਵੀ ਵੇਲੇ ਖਾਲਿਸਤਾਨ ਦਾ ਐਲਾਨ ਕੀਤਾ ਜਾ ਸਕਦਾ ਸੀ ਕਿ ਜੇਕਰ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਇੱਕ ਤਰੀਕੇ ਨਾਲ ਅਟੈਕ ਹੋ ਸਕਦਾ ਸੀ। ਅੰਮ੍ਰਿਤਸਰ ਬਿਲਕੁਲ ਬਾਰਡਰ ਦੇ ਉੱਤੇ ਹੈ ਔਰ ਤੁਸੀਂ ਕਹਿ ਸਕਦੇ ਹੋ ਕਿ 30 ਤੋਂ 40 ਕਿਲੋਮੀਟਰ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ। ਅੰਮ੍ਰਿਤਸਰ ਤੋਂ ਤਾਂ ਲਾਹੌਰ ਦੀ ਦੂਰੀ ਬਹੁਤ ਘੱਟ ਹੈ ਤਾਂ ਇਸ ਕਰਕੇ ਵੀ ਬਹੁਤ ਸੈਂਸਿਟਿਵ ਏਰੀਆ ਪੂਰਾ ਬਾਰਡਰ ਦਾ ਸੈਂਸਿਟਿਵ ਏਰੀਆ ਕਿਹਾ ਜਾਂਦਾ ਹੈ। ਇਹ ਵੀ ਜਨਰਲ ਬਰਾੜ ਆਪਣੇ ਬਿਆਨ ਦੇ ਵਿੱਚ ਜ਼ਿਕਰ ਕਰਦੇ ਨਜ਼ਰ ਆਏ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਵੱਡੀ ਬਗਾਵਤ ਦਾ ਵੀ ਉਸ ਸਮੇਂ ਇੱਕ ਖਦਸ਼ਾ ਖੜਾ ਹੋ ਗਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਵੱਡੀ ਬਗਾਵਤ ਹੋ ਸਕਦੀ ਹੈ। ਇਸ ਕਰਕੇ ਵੀ ਜੋ ਮੈਂ ਪਹਿਲਾਂ ਤੁਹਾਨੂੰ ਸਟੇਟਮੈਂਟ ਦੱਸੀ ਉਹ ਇਸ ਦੇ ਨਾਲ ਆ ਕੇ ਲਿੰਕ ਹੁੰਦੀ ਹੈ ਜਿਸ ਦੇ ਵਿੱਚ ਜਨਰਲ ਬਰਾੜ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਸਭ ਤੋਂ ਵੱਡੀ ਚੁਣੌਤੀ ਇਹੀ ਸੀ ਕਿ ਜਲਦ ਤੋਂ ਜਲਦ ਇਸ ਆਪਰੇਸ਼ਨ ਨੂੰ ਕੰਪਲੀਟ ਕਰ ਦਿੱਤਾ ਜਾਵੇ ਕਿਉਂਕਿ ਇੱਕ ਪਾਸੇ ਬਗਾਵਤ ਦਾ ਵੀ ਡਰ ਜ਼ਰੂਰ ਸੀ, ਖਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਸੀ। ਖਾਲਿਸਤਾਨ ਦੀ ਭਾਵਨਾ ਪੂਰੀ ਤਰ੍ਹਾਂ ਭੜਕ ਰਹੀ ਸੀ 1984 ਦੇ ਵਿੱਚ। ਇਸ ਕਰਕੇ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਦੇਣਾ ਜ਼ਰੂਰੀ ਹੋ ਚੁੱਕਿਆ ਸੀ। ਤਤਕਾਲੀ ਸਰਕਾਰਾਂ ਦੇ ਉੱਤੇ ਇੱਕ ਤਰੀਕੇ ਨਾਲ ਜਨਰਲ ਬਰਾੜ ਸਵਾਲ ਚੁੱਕ ਰਹੇ ਨੇ ਤੇ ਇੱਥੋਂ ਤੱਕ ਕਹਿ ਰਹੇ ਨੇ ਕਿ ਉਸ ਸਮੇਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਸੀ ਤੇ ਉਸ ਦਾ ਨਤੀਜਾ ਇਹੀ ਸੀ ਕਿ ਖਾਲਿਸਤਾਨ ਵਾਲੇ ਪਾਸੇ ਨੂੰ ਪੰਜਾਬ ਸਟੇਟ ਵੱਧਦੀ ਹੋਈ ਨਜ਼ਰ ਆ ਰਹੀ ਸੀ। ਤੇ ਵੱਡੀ ਸਟੇਟਮੈਂਟ ਹੈ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜੋ ਦਿੱਤੀ ਗਈ ਹੈ ਜਨਰਲ ਬਰਾੜ ਦੇ ਵੱਲੋਂ ਤੇ ਆਪਰੇਸ਼ਨ ਬਲੂ ਸਟਾਰ ਦੇ ਨਵੇਂ ਰਾਜ ਦਾ ਜ਼ਿਕਰ ਉਹ ਕਰ ਰਹੇ ਨੇ। ਇਹ ਵੱਡੀ ਸਟੇਟਮੈਂਟ ਇਸ ਕਰਕੇ ਹੈ ਕਿਉਂਕਿ ਖਾਲਿਸਤਾਨ ਦਾ ਜ਼ਿਕਰ ਇਸ ਸਮੇਂ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਅਨਸਰ ਨੇ ਜਿਨ੍ਹਾਂ ਦੇ ਵੱਲੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਹੈ ਜਾਂ ਫਿਰ ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ ਕਰਵਾਉਣ ਦਾ ਜ਼ਿਕਰ ਹੁੰਦਾ ਹੈ ਜਾਂ ਫਿਰ ਖਾਲਿਸਤਾਨ ਦਾ ਝੰਡਾ ਲਹਿਰਾ ਦਿਓ ਕਦੇ ਐਸਐਸਪੀ ਆਫਿਸ ਕਦੇ ਕਿਸੇ ਆਫਿਸ ਦੇ ਉੱਤੇ ਤਾਂ ਡਾਲਰਾਂ ਦਾ ਇਨਾਮ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਤਾਂ ਉਸ ਸਮੇਂ ਖਾਲਿਸਤਾਨ ਦਾ ਐਲਾਨ ਹੋਣੀ ਵਾਲਾ ਸੀ। ਇਹ ਜਨਰਲ ਬਰਾੜ ਆਪਣੇ ਬਿਆਨ ਦੇ ਵਿੱਚ ਕਹਿ ਰਹੇ ਨੇ। ਇਹ ਅਸੀਂ ਅਹਿਮ ਜਿਹੜੇ ਪੁਆਇੰਟਸ ਨੇ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਇੰਟਰਵਿਊ ਦੇ ਵਿੱਚੋਂ ਕਹੀਆਂ ਗਈਆਂ ਗੱਲਾਂ ਉਹ ਕੱਢ ਕੇ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਵੱਡਾ ਇਸ ਕਰਕੇ ਹੋ ਜਾਂਦਾ ਹੈ ਕਿ ਵਾਕਈ ਜੇਕਰ ਉਸ ਸਮੇਂ
ਆਪਰੇਸ਼ਨ ਬਲੂ ਸਟਾਰ ਨਾ ਹੁੰਦਾ, ਇਹ ਜਨਰਲ ਬਰਾੜ ਦਾ ਤਰਕ ਹੈ ਕਿ ਆਪਰੇਸ਼ਨ ਬਲੂ ਸਟਾਰ ਉਸ ਸਮੇਂ ਜੇਕਰ ਨਾ ਹੁੰਦਾ ਤਾਂ ਖਾਲਿਸਤਾਨ ਦਾ ਐਲਾਨ ਹੋ ਜਾਂਦਾ। ਜੇ ਖਾਲਿਸਤਾਨ ਦਾ ਐਲਾਨ ਹੁੰਦਾ ਤਾਂ ਕੀ ਵੱਖਰਾ ਹੋ ਜਾਂਦਾ ਦੇਸ਼ ਤੋਂ? ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਜਨਰਲ ਬਰਾੜ ਕਿਉਂਕਿ ਉਸ ਸਮੇਂ ਲੀਡ ਕਰ ਰਹੇ ਸੀ ਤਾਂ ਉਸ ਪੂਰੇ ਆਪਰੇਸ਼ਨ ਬਲੂ ਸਟਾਰ ਨੂੰ, ਇਸ ਕਰਕੇ ਉਹਨਾਂ ਦੀ ਇੱਕ ਇੱਕ ਗੱਲ, ਇੱਕ ਇੱਕ ਪੁਆਇੰਟ ਸਭ ਤੋਂ ਅਹਿਮ ਜ਼ਰੂਰ ਹੋ ਜਾਂਦਾ ਹੈ। ਤੇ ਅਹਿਮ ਖੁਲਾਸੇ ਨੇ ਜੋ ਕੀਤੇ ਗਏ ਨੇ ਜਨਰਲ ਬਰਾੜ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ, ਜਿਸ ਦੇ ਵਿੱਚ ਉਹ ਸਿੱਧੇ ਤੌਰ ਦੇ ਉੱਤੇ ਤਤਕਾਲੀ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਨਜ਼ਰ ਆ ਰਹੇ ਨੇ। ਇੱਥੋਂ ਤੱਕ ਕਹਿ ਰਹੇ ਨੇ ਕਿ ਕਦ ਇੰਨਾ ਵੱਡਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾ ਹੁੰਦਾ ਜੇਕਰ ਇੰਦਰਾ ਗਾਂਧੀ ਨਾ ਚਾਹੁੰਦੇ ਜਾਂ ਇੰਦਰਾ ਗਾਂਧੀ ਨਾ ਹੋਣ ਦਿੰਦੇ। ਸਵਾਲ ਹੀ ਹੈ ਕਿ 84 ਦਾ ਅਸਲ ਕੌਣ ਹੈ ਗੁਨੇਗਾਰ? ਕਿਉਂ 84 ਦਾ ਪੂਰਾ ਘਟਨਾਕ੍ਰਮ, ਚਾਹੇ ਉਹ ਜੂਨ ਦੇ ਵਿੱਚ ਵਾਪਰਿਆ ਜਾਂ ਫਿਰ 31 ਅਕਤੂਬਰ ਜਾਂ ਨਵੰਬਰ ਦੇ ਪਹਿਲੇ ਹਫਤੇ 'ਚ ਦਿੱਲੀ 'ਚ ਜਾਂ ਦੇਸ਼ ਦੇ ਹੋਰ ਹਿੱਸਿਆਂ 'ਚ ਜੋ ਵਾਪਰਿਆ, ਕਿ ਆਖਿਰ ਉਸ ਦਾ ਅਸਲ ਕਸੂਰਵਾਰ ਹੈ ਕੌਣ? 4 ਦਹਾਕਿਆਂ ਬਾਅਦ ਵੀ ਉਸ ਘਟਨਾਕ੍ਰਮ ਦੇ ਨਾਲ 84 ਦੇ ਨਾਲ ਜੁੜੇ ਹੋਏ ਤੱਥ ਨਿਕਲ ਕੇ ਲਗਾਤਾਰ ਸਾਹਮਣੇ ਆ ਰਹੇ ਨੇ।